ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਨੂੰ ਜਦ ਹਜ਼ੂਰ ਸਾਹਿਬ ਦੇ ਵਿੱਚ ਗਾਗਰ ਦੀ ਸੇਵਾ ਮਿਲੀ ਤੇ ਬਾਬਾ ਜੀ ਨੇ ਅਗਲੇ ਦਿਨ ਤੋਂ ਹੀ ਗੋਦਾਵਰੀ ਤੋਂ ਜਲ ਲੈ ਕੇ ਆਉਣ ਦੀ ਸੇਵਾ ਸ਼ੁਰੂ ਕਰ ਦਿੱਤੀ। ਜਲ ਲੈ ਕੇ ਆਉਣ ਅਤੇ ਗੁਰੂ ਅਸਥਾਨ ਦਾ ਇਸ਼ਨਾਨ ਕਰਵਾ ਕੇ ਸਿਮਰਨ ਵਿੱਚ ਜੁਟ ਜਾਂਦੇ। ਇੱਕ ਦਿਨ ਇਸੇ ਤਰ੍ਹਾਂ ਆਪ ਜੀ ਜਲ ਲਿਆਉਣ ਦੀ ਸੇਵਾ ਉਪਰੰਤ ਤਖਤ ਸਾਹਿਬ ਦੀ ਪਰਿਕਰਮਾ ਵਿੱਚ ਬੈਠ ਕੇ ਨਾਮ ਅਭਿਆਸ ਕਰਨ ਲੱਗੇ। ਰਾਗੀ ਸਿੰਘ ਰੋਜ਼ ਦੀ ਤਰ੍ਹਾਂ ਕੀਰਤਨ ਕਰ ਰਹੇ ਸਨ। ਕੀਰਤਨ ਦੀ ਆਵਾਜ਼ ਤੋਂ ਛੁੱਟ ਹੋਰ ਕਿਸੇ ਪਾਸਿਓਂ ਕੋਈ ਆਵਾਜ਼ ਨਹੀਂ ਸੀ ਆ ਰਹੀ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਸਾਰੀ ਕਾਇਨਾਤ ਸ਼ਬਦ ਕੀਰਤਨ ਸੁਣ ਕੇ ਆਪਣੇ ਆਪ ਨੂੰ ਰਚਣ ਵਾਲੇ ਬੇਅੰਤ ਕਾਦਰ ਦੇ ਧਿਆਨ ਵਿੱਚ ਵਿਸਮਾਦ ਅਵਸਥਾ ਵਿੱਚ ਪਹੁੰਚ ਗਈ ਹੋਵੇ। ਬਾਬਾ ਜੀ ਨੂੰ ਅਜੇ ਬੈਠਿਆਂ ਥੋੜ੍ਹਾ ਹੀ ਚਿਰ ਹੋਇਆ ਸੀ ਕਿ ਉਹਨਾਂ ਨੂੰ ਜਾਪਿਆ ਜਿਵੇਂ ਕੋਈ ਉਹਨਾਂ ਦੇ ਖੱਬੇ ਪਾਸੇ ਨਾਲ ਖਹਿ ਕੇ ਲੰਘਿਆ ਹੈ, ਪਰ ਉਹਨਾਂ ਨੇ ਇਹ ਨਾ ਗੋਲਿਆ। ਥੋੜ੍ਹੇ ਚਿਰ ਬਾਅਦ ਇਸੇ ਤਰ੍ਹਾਂ ਲੱਗਾ ਜਿਵੇਂ ਕੋਈ ਸੱਜੇ ਪਾਸੇ ਨਾਲ ਖਹਿ ਕੇ ਲੰਘਿਆ ਹੈ। ਆਪ ਜੀ ਨੇ ਨੇਤਰ ਖੋਲ੍ਹੇ, ਕੀ ਤੱਕਿਆ ਕਿ ਇੱਕ 5-7 ਸਾਲ ਦਾ ਬੱਚਾ ਹੈ ਜੋ ਆਪ ਜੀ ਦੇ ਸੱਜੇ ਪਾਸੇ ਨਾਲ ਖਹਿ ਕੇ ਸੱਚਖੰਡ ਦੇ ਦਰਵਾਜ਼ੇ ਵੱਲ ਜਾ ਰਿਹਾ ਹੈ। ਉੱਥੇ ਪਹੁੰਚ ਕੇ ਉਹ ਬੱਚਾ ਕਦੇ ਸੱਜੇ ਪਾਸੇ ਕੁਝ ਕਦਮ ਤੁਰਦਾ ਹੈ ਤੇ ਕਦੇ ਖੱਬੇ ਪਾਸੇ, ਕਦੇ ਉੱਥੇ ਹੀ ਖੜ ਜਾਂਦਾ। ਬਾਬਾ ਜੀ ਉਸ ਬੱਚੇ ਨੂੰ ਅਜਿਹਾ ਕਰਨ ਤੋਂ ਮਨ੍ਹਾ ਕਰਨਾ ਚਾਹੁੰਦੇ ਸਨ, ਪਰ ਪਤਾ ਨਹੀਂ ਕਿਉਂ ਉਸ ਵੱਲ ਦੇਖੀ ਜਾਣ ਨੂੰ ਦਿਲ ਕਰਦਾ ਸੀ। ਥੋੜ੍ਹੇ ਹੀ ਚਿਰ ਬਾਅਦ ਉਹ ਇੱਕ ਪਾਸੇ ਚਲਿਆ ਗਿਆ ਅਤੇ ਮੁੜ ਕੇ ਉੱਥੇ ਨਾ ਆਇਆ। ਹੁਣ ਬਾਬਾ ਜੀ ਨੂੰ ਜਲ ਲੈ ਆਉਣ ਦੀ ਸੇਵਾ ਕਰਦਿਆਂ 1 ਸਾਲ ਹੋ ਗਿਆ। ਇਸ ਤਰ੍ਹਾਂ 1 ਸਾਲ ਵਿੱਚ ਆਪ ਜੀ ਨੇ ਸੇਵਾ ਵਿੱਚ ਨਾਗਾ ਨਾ ਪੈਣ ਦਿੱਤਾ। ਮੀਂਹ ਜਾਵੇ, ਹਨੇਰੀ ਜਾਵੇ, ਆਪ ਜੀ ਸਮੇਂ 'ਤੇ ਜਲ ਲੈ ਆਉਂਦੇ। ਸੱਚਾ ਸੇਵਕ ਉਹੀ ਹੀ ਹੈ ਜੋ ਆਪਣੇ ਸਰੀਰਕ ਸੁੱਖ ਦੁੱਖ ਦੀ ਪਰਵਾਹ ਕੀਤੇ ਬਿਨਾਂ ਸੇਵਾ ਨਿਭਾਵੇ ਅਤੇ ਮਨ ਵਿੱਚ ਹੰਕਾਰ ਨਾ ਆਉਣ ਦੇਵੇ। ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਸਰੀਰਕ ਤੌਰ 'ਤੇ ਬ੍ਰਿਧ ਹੋਣ 'ਤੇ ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਇਸ਼ਨਾਨ ਵਾਸਤੇ ਜਲ ਲੈ ਕੇ ਆਉਂਦੇ ਸੀ, ਹਜ਼ੂਰ ਦੂਜੇ ਪਾਤਸ਼ਾਹ ਵੱਲ ਪਿੱਠ ਨਾ ਕਰਦੇ, ਸਗੋਂ ਪੁੱਠੇ ਪੈਰੀ ਤੁਰਦੇ ਅਤੇ ਮੂੰਹ ਗੁਰੂ ਸਾਹਿਬ ਵੱਲ ਰੱਖਦੇ। ਗਾਗਰ ਸਿਰ 'ਤੇ ਰੱਖੀ ਰਖਾਈ ਤੋਂ ਹੀ ਨਦੀ ਵਿੱਚ ਟੁੱਬੀ ਮਾਰਦੇ ਅਤੇ ਇਉਂ ਇਸ਼ਨਾਨ ਵੀ ਕਰ ਲੈਂਦੇ, ਗਾਗਰ ਵੀ ਭਰ ਲੈਂਦੇ। ਦੂਜੇ ਪਾਤਸ਼ਾਹ ਪ੍ਰਤੀ ਇੰਨਾ ਪ੍ਰੇਮ ਤੇ ਸ਼ਰਧਾ ਸੀ ਕਿ ਗਾਗਰ ਨੂੰ ਥੱਲੇ ਨਾ ਰੱਖਦੇ। ਜੇ ਕਦੇ ਠੇਡਾ ਲੱਗਾ ਜਾਂ ਟੋਏ ਵਿੱਚ ਡਿੱਗੇ, ਪਰ ਗਾਗਰ ਨੂੰ ਸੰਭਾਲ ਕੇ ਰੱਖਿਆ। ਜੋ ਇੰਨੀ ਸੇਵਾ ਕਰੇਗਾ, ਜਿਸ ਦੇ ਹਿਰਦੇ ਵਿੱਚ ਇੰਨਾ ਪ੍ਰੇਮ ਹੋਵੇਗਾ, ਉਸ ਨੂੰ ਪ੍ਰਾਪਤੀ ਕਿਵੇਂ ਨਾ ਹੋਵੇਗੀ। ਇੱਕ ਦਿਨ ਬਾਬਾ ਜੀ ਜਲ ਲੈ ਕੇ ਆ ਰਹੇ ਸਨ ਕਿ ਇਸ ਤਰ੍ਹਾਂ ਜਾਪਿਆ ਜਿਵੇਂ ਚਾਰੇ ਪਾਸੇ ਪ੍ਰਕਾਸ਼ ਹੋ ਗਿਆ ਹੋਵੇ। ਅੱਜ ਉਹਨਾਂ ਦੇਖਿਆ ਹੈ, ਅੱਜ ਇੰਨਾ ਚਿਰ ਹੋ ਗਿਆ, ਸੂਰਜ ਨਿਕਲ ਆਇਆ। ਬਾਬਾ ਜੀ ਬੜੇ ਹੈਰਾਨ ਸਨ। ਹੈਰਾਨੀ ਹੋਣੀ ਸੁਭਾਵਿਕ ਹੀ ਸੀ, ਕਿਉਂਕਿ ਆਪਣੇ ਤੌਰ 'ਤੇ ਤਾਰਿਆਂ ਦੀ ਸਥਿਤੀ ਦੇਖ ਕੇ ਸਮੇਂ ਅਨੁਸਾਰ ਜਲ ਲੈਣ ਗਏ ਸਨ। ਅਜੇ ਇਹਨਾਂ ਵਿਚਾਰਾਂ ਵਿੱਚ ਹੀ ਸਨ ਕਿ ਜਾਪਿਆ ਜਿਵੇਂ ਸਾਹਮਣੇ ਕੁਝ ਦੂਰੀ 'ਤੇ ਕੋਈ ਖੜਾ ਹੈ, ਜਿਸ ਦੇ ਸਰੀਰ ਵਿੱਚੋਂ ਅਨੋਖਾ ਪ੍ਰਕਾਸ਼ ਨਿਕਲ ਰਿਹਾ ਹੈ। ਸੂਰਜ ਨਿਕਲਣ ਵਿੱਚ ਅਜੇ ਸਮਾਂ ਸੀ। ਇਹ ਪ੍ਰਕਾਸ਼ ਤਾਂ ਕਰੋੜਾਂ ਸੂਰਜਾਂ ਨੂੰ ਪ੍ਰਕਾਸ਼ ਦੇਣ ਵਾਲੇ ਦੇ ਬੇਅੰਤ ਪ੍ਰਕਾਸ਼ ਦਾ ਇੱਕ ਅੰਸ਼ ਸੀ ਅਤੇ ਹੋਰ ਬੇਅੰਤ ਪ੍ਰਕਾਸ਼ ਆਪਣੇ ਅੰਦਰ ਸੰਜੋਈ ਆਪ ਕਲਗੀਧਰ ਜੀ ਸਾਹਮਣੇ ਸੁਸ਼ੋਭਿਤ ਹੋ ਰਹੇ ਸਨ। ਰਵ ਸਸ ਦੀਪਕ ਜੋਤ ਸਥਾਈ, ਆਪੇ ਕਰ ਵੇਖੈ ਵਡਿਆਈ। ਜੋਤ ਸਰੂਪ ਸਦਾ ਸੁਖਦਾਤਾ, ਸੱਚੇ ਸੋਭਾ ਪਾਇਦਾ। ਤੂੰ ਵੀ ਸਰਗੁਣ ਸਰੂਪ ਨੂੰ ਪ੍ਰਤੱਖ ਦਰਸ਼ਨ ਹੋਣ ਦੀ ਗੱਲ ਨੂੰ ਮੰਨ ਹੀ ਗਿਆ। ਤੂੰ ਤਾਂ ਕਹਿੰਦਾ ਹੁੰਦਾ ਸੀ ਸਰੀਰਕ ਰੂਪ ਵਿੱਚ ਦਰਸ਼ਨ ਹੋ ਹੀ ਨਹੀਂ ਸਕਦੇ। ਜਦ 10ਵੇਂ ਪਾਤਸ਼ਾਹ ਦੇ ਬਾਬਾ ਜੀ ਨੂੰ ਦਰਸ਼ਨ ਹੋਏ, ਫਿਰ ਇੱਥੇ ਇੱਕ ਗੱਲ ਦੱਸਣੀ ਚਾਹੁੰਦੇ ਹਾਂ ਕਿ ਮਹਾਂਪੁਰਖਾਂ ਦਾ ਜੀਵਨ ਬਿਆਨ ਨਹੀਂ ਕੀਤਾ ਜਾ ਸਕਦਾ। ਇੱਕ ਵਾਰ ਬਾਬਾ ਜੀ ਬਚਨ ਕਰ ਰਹੇ ਸਨ। ਇੱਕ ਪ੍ਰੇਮੀ ਕਾਪੀ 'ਤੇ ਬਚਨ ਲਿਖਣ ਲੱਗਾ। ਬਾਬਾ ਜੀ ਨੇ ਜਦ ਤੱਕਿਆ ਤਾਂ ਪੁੱਛਿਆ, ਬਈ ਕੀ ਲਿਖਦਾ ਹੈ?
ਜਦੋਂ ਦੱਸਿਆ ਕਿ ਬਚਨ ਲਿਖਦਾ ਵਾਂ ਤਾਂ ਜੋ ਆਪ ਜੀ ਦਾ ਜੀਵਨ ਲਿਖ ਸਕਾਂ, ਤਾਂ ਬਾਬਾ ਜੀ ਕਹਿਣ ਲੱਗੇ, ਭਾਈ ਸਾਡਾ ਜੀਵਨ ਤੂੰ ਕੀ ਲਿਖੇਂਗਾ? ਇਸ ਸਮੇਂ ਦਾ ਹਾਲ ਤੇ ਤੂੰ ਲਿਖ ਲਵੇਂਗਾ, ਪਰ ਅੱਧੀ ਰਾਤ ਤੋਂ ਸਵੇਰ ਦੇ 5 ਵਜੇ ਤੱਕ ਦਾ ਹਾਲ ਤੂੰ ਕੀ ਲਿਖੇਂਗਾ? ਸੋ ਭਾਈ, ਉਹਨਾਂ ਦਾ ਬਾਹਰਮੁਖੀ ਜੀਵਨ ਤਾਂ ਦੱਸਿਆ ਜਾਂ ਸੁਣਾਇਆ ਜਾ ਸਕਦਾ ਹੈ, ਪਰ ਅੰਤਰਮੁਖੀ ਜੀਵਨ ਬਾਰੇ ਤਾਂ ਉਹੀ ਜਾਣ ਸਕਦਾ ਹੈ ਜੋ ਉੱਥੇ ਖੁਦ ਪਹੁੰਚਿਆ ਹੋਵੇ, ਉਹਨਾਂ ਦੀ ਅਵਸਥਾ ਵਾਲਾ ਹੋਵੇ। ਸੋ ਕਲਗੀਧਰ ਜੀ ਦੇ ਦਰਸ਼ਨਾਂ ਤੋਂ ਬਾਅਦ ਬਾਬਾ ਜੀ ਨੂੰ ਨਿਰੰਕਾਰ ਵੱਲੋਂ ਦਮਦਮੇ ਸਾਹਿਬ ਜਾ ਕੇ ਵਿੱਦਿਆ ਪੜ੍ਹਨ ਦਾ ਹੁਕਮ ਹੋਇਆ। ਹੁਕਮ ਮੰਨਦਿਆਂ ਬਾਬਾ ਜੀ ਨੇ ਤਿਆਰੀ ਕਰ ਲਈ ਅਤੇ ਗੁਰੂ ਸਾਹਿਬ ਅੱਗੇ ਅਰਦਾਸਾ ਸੋਧ ਮਨਮਾੜ ਸਟੇਸ਼ਨ ਪਹੁੰਚੇ। ਪਤਾ ਕਰਦੇ ਹੋਏ ਉਸ ਪਲੇਟਫਾਰਮ 'ਤੇ ਪਹੁੰਚੇ ਜਿਸ ਤੋਂ ਦਿੱਲੀ ਜਾਣ ਲਈ ਗੱਡੀਆਂ ਤੁਰਦੀਆਂ ਸਨ। ਬਾਬਾ ਜੀ ਕੋਲ ਕੋਈ ਰੁਪਇਆ ਪੈਸਾ ਨਹੀਂ ਸੀ ਅਤੇ ਕਿਸੇ ਤੋਂ ਮੰਗਣਾ ਆਪ ਜੀ ਦੀ ਫਿਤਰਤ ਨਹੀਂ ਸੀ। ਸੋ ਆਪਣੇ ਮਾਲਕ ਦੇ ਭਰੋਸੇ ਬਿਨਾਂ ਟਿਕਟ ਲਏ ਹੀ ਜਾਣ ਦਾ ਵਿਚਾਰ ਬਣਾਇਆ। ਜਦ ਆਪ ਜੀ ਗੱਡੀ ਚੜ੍ਹਨ ਲੱਗੇ ਤਾਂ ਦੇਖਿਆ ਕਿ ਸਾਰੇ ਡੱਬੇ ਹੀ ਸਵਾਰੀਆਂ ਦੇ ਨਾਲ ਭਰੇ ਹੋਏ ਹਨ। ਇਹ ਕੋਈ ਵੱਡੀ ਗੱਲ ਨਹੀਂ ਸੀ। ਆਪ ਬੇਪਰਵਾਹ ਸੁਭਾਅ ਦੇ ਸਨ ਅਤੇ ਕਿਸੇ ਡੱਬੇ ਵਿੱਚ ਇੱਕ ਪਾਸੇ ਖੜ੍ਹ ਕੇ ਵੀ ਸਫ਼ਰ ਕਰ ਸਕਦੇ ਸੀ। ਮੁਸ਼ਕਲ ਇਹ ਸੀ ਕਿ ਹਰ ਡੱਬੇ ਵਿੱਚ ਕੋਈ ਨਾ ਕੋਈ ਸਵਾਰੀ ਸਿਗਰਟ ਬੀੜੀ ਪੀ ਰਹੀ ਸੀ। ਡੱਬੇ ਦੇਖਦੇ ਦੇਖਦੇ ਬਾਬਾ ਜੀ ਇੱਕ ਡੱਬੇ ਕੋਲ ਜਾ ਕੇ ਖੜ੍ਹ ਗਏ। ਇਹ ਡੱਬਾ ਖਾਲੀ ਸੀ। ਡੱਬੇ ਵਿੱਚ ਚੜ੍ਹ ਕੇ ਦੇਖਿਆ, ਅੰਦਰ ਬਹੁਤ ਸਫਾਈ ਸੀ ਅਤੇ ਸੀਟਾਂ ਵੀ ਗੱਦੇ ਵਾਲੀਆਂ ਸਨ। ਅਸਲ ਵਿੱਚ ਇਹ ਡੱਬਾ ਏਅਰ ਕੰਡੀਸ਼ਨ ਸੀ ਅਤੇ ਸ਼ਾਇਦ ਮਾਲਕ ਨੇ ਆਪ ਹੀ ਬਾਬਾ ਜੀ ਵਾਸਤੇ ਖਾਲੀ ਕਰਾ ਰੱਖਿਆ ਹੋਵੇ। ਆਪ ਜੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਇੱਕ ਸੀਟ 'ਤੇ ਬੈਠ ਗਏ। ਗੱਡੀ ਥੋੜ੍ਹੇ ਹੀ ਚਿਰ ਬਾਅਦ ਤੁਰ ਪਈ। ਹੁਣ ਬਾਬਾ ਜੀ ਨੂੰ ਖਿਆਲ ਆਇਆ ਕਿ ਕੋਲ ਟਿਕਟ ਨਹੀਂ ਹੈ। ਇਹ ਖਿਆਲ ਆਉਣ 'ਤੇ ਬਾਬਾ ਜੀ ਨੇ ਨਿਰੰਕਾਰ ਅੱਗੇ ਬੇਨਤੀ ਕੀਤੀ, ਹੇ ਨਿਰੰਕਾਰ, ਇਹ ਗੱਡੀ ਵੀ ਤੇਰੀ, ਦਾਸ ਵੀ ਤੇਰਾ, ਤੇਰੇ ਦੀ ਤੈਨੂੰ ਲਾਜ। ਇਹ ਬੇਨਤੀ ਕਰਕੇ ਬਾਬਾ ਜੀ ਇੱਕ ਸ਼ਬਦ ਦਾ ਪਾਠ ਕਰਨ ਲੱਗੇ, ਨਿਰੰਕਾਰ ਆਪਣੇ ਭਗਤਾਂ ਦੀ ਸਦਾ ਲਾਜ ਰੱਖਦਾ ਹੈ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕਰ ਪੈ ਸੇਵਕ ਤਤਕਾਲ ਹੋਏ ਆਵੈ। ਰਹਾਓ, ਤਿਸ ਸੇਵਕ ਕੈ ਹੋ ਬਲਿਹਾਰੀ, ਜੋ ਆਪਣੇ ਪ੍ਰਭ ਪਾਵੈ। ਇੱਕ ਦੋ ਵਾਰ ਉਸ ਡੱਬੇ ਵਿੱਚ ਟਿਕਟ ਚੈਕਰ ਵੀ ਆਇਆ, ਪਰ ਉਸ ਨੂੰ ਬਾਬਾ ਜੀ ਦੇ ਦਰਸ਼ਨ ਹੀ ਨਾ ਹੋਏ। ਉਹ ਡੱਬੇ ਦੇ ਇੱਕ ਪਾਸਿਓਂ ਚੜ੍ਹਦਾ, ਸਵਾਰੀ ਦੇਖਦਾ ਹੋਇਆ ਦੂਜੇ ਪਾਸਿਓਂ ਉੱਤਰ ਜਾਂਦਾ। ਕੋਲ ਰਹਿ ਕੇ ਵੀ ਦਰਸ਼ਨ ਪਾ ਸਕੇ ਨਾ, ਕਰਮ ਮੰਦੇ ਕਿੰਨੇ ਹੋਣਗੇ। ਟਿਕਟ ਪੁੱਛੇ ਹੋਰਨਾਂ ਨੂੰ, ਆਪ ਬੇਟਿਕਟ ਹੋਵੇ, ਅੱਗੇ ਚੱਲ ਕੇ ਤਾਂ ਅਜਿਹੇ ਰੋਣਗੇ ਜੀ। ਨਿਰੰਕਾਰ ਦਾ ਸ਼ੁਕਰਾਨਾ ਕਰਦੇ ਹੋਏ ਬਾਬਾ ਜੀ ਦਿੱਲੀ ਪਹੁੰਚੇ ਅਤੇ ਉੱਥੇ ਚੱਲ ਕੇ ਬਠਿੰਡੇ ਦੀ ਧਰਤੀ 'ਤੇ ਚਰਨ ਪਾਏ। ਬਠਿੰਡੇ ਤੋਂ ਹੁਕਮ ਅਨੁਸਾਰ ਦਮਦਮਾ ਸਾਹਿਬ ਪਹੁੰਚੇ। ਇੱਥੇ ਪਹੁੰਚ ਕੇ ਆਪ ਜੀ ਗੁਰਦੁਆਰਾ ਨਾਨਕਸਰ ਦੇ ਨੇੜੇ ਠਹਿਰੇ। ਇੱਥੇ ਪਹੁੰਚ ਕੇ ਹਜੂਰ ਸਿਮਰਨ ਵਿੱਚ ਜੁੜ ਗਏ। ਜਿਵੇਂ ਅਮਲੀ ਅਮਲ ਕੀਤੇ ਬਿਨਾਂ ਨਹੀਂ ਰਹਿ ਸਕਦਾ, ਆਲਸੀ ਨੂੰ ਨੀਂਦ ਪਿਆਰੀ ਹੁੰਦੀ ਹੈ ਅਤੇ ਪਤੰਗਾ ਆਪਣੇ ਆਪ ਨੂੰ ਦੀਵੇ ਦੀ ਲੋਅ ਵੱਲ ਜਾਣ ਤੋਂ ਨਹੀਂ ਰੋਕ ਸਕਦਾ, ਉਸੇ ਹੀ ਤਰ੍ਹਾਂ ਪਰਮਾਤਮਾ ਦਾ ਭਗਤ ਉਸ ਦਾ ਨਾਮ ਲਏ ਬਿਨਾਂ ਨਹੀਂ ਰਹਿ ਸਕਦਾ। ਉਹਨਾਂ ਨੂੰ ਤਾਂ ਹੋਰ ਕੁਝ ਸੋਭਦਾ ਹੀ ਨਹੀਂ। ਜਿੱਥੇ ਬੰਦੇ ਲਈ ਨਾਮ ਜਪਣਾ ਜ਼ਰੂਰੀ ਹੈ, ਉੱਥੇ ਭੋਜਨ ਕਰਨਾ ਵੀ ਜ਼ਰੂਰੀ ਹੈ, ਤਾਂ ਜੋ ਸਰੀਰ ਠੀਕ ਰਹੇ ਅਤੇ ਨਾਮ ਜਪਿਆ ਜਾ ਸਕੇ। ਭਗਤ ਕਬੀਰ ਜੀ ਕਹਿੰਦੇ ਹਨ, ਛੋੜੈ ਅੰਨ ਕਰੇ ਪਾਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਗੁਰੂ ਸਾਹਿਬ ਦੇ ਇਸ ਉਪਦੇਸ਼ ਨੂੰ ਮੰਨਦੇ ਹੋਏ ਬਾਬਾ ਜੀ ਥੋੜ੍ਹੇ ਚਿਰ ਬਾਅਦ ਉੱਠੇ ਅਤੇ ਤੁਰਦੇ ਹੋਏ ਥੋੜ੍ਹੀ ਦੂਰ ਤੱਕ ਗਏ। ਰਾਹ ਵਿੱਚ ਜਾ ਰਹੇ ਇੱਕ ਵਿਅਕਤੀ ਨੂੰ ਰੋਕ ਕੇ ਆਪ ਨੇ ਪੁੱਛਿਆ, ਗੁਰਮੁਖਾ, ਇੱਥੇ ਬਿਹੰਗਮਾਂ ਵਾਸਤੇ ਪ੍ਰਸ਼ਾਦੇ ਪਾਣੀ ਦਾ ਕੀ ਇੰਤਜ਼ਾਮ ਹੈ? ਜੀ, ਨਾਭੇ ਵਾਲੇ ਲੰਗਰ ਚਲੇ ਜਾਓ ਤੁਸੀਂ, ਕਹਿੰਦਿਆਂ ਉਸਨੇ ਉੱਧਰ ਜਾਣ ਦਾ ਰਾਹ ਵੀ ਦੱਸ ਦਿੱਤਾ। ਬਾਬਾ ਜੀ ਲੰਗਰ ਵਿੱਚ ਜਾ ਕੇ ਬੈਠ ਗਏ। ਥੋੜ੍ਹੇ ਹੀ ਚਿਰ ਬਾਅਦ ਇੱਕ ਸੇਵਾਦਾਰ ਆਇਆ। ਕੁਝ ਚਿਰ ਆਪ ਜੀ ਵੱਲ ਦੇਖਿਆ ਤੇ ਫਿਰ ਕਿਹਾ, ਅੱਜ ਹੁਣ ਤਾਂ ਜੀ ਲੰਗਰ ਮਸਤਾਨਾ ਹੈ। ਗੁਰੂ ਕਾ ਲੰਗਰ
ਤੇ ਆਖਦੇ ਹੋਏ ਬਾਬਾ ਜੀ ਉੱਠੇ ਤੇ ਹੌਲੀ ਹੌਲੀ ਤੁਰਦੇ ਹੋਏ ਬਾਹਰ ਆ ਗਏ। ਅਸਲ ਵਿੱਚ ਉੱਥੋਂ ਦੇ ਪ੍ਰਬੰਧਕ ਸੰਤੋਖ ਅਤੇ ਸੇਵਾ ਭਾਵ ਤੋਂ ਹੀਣੇ ਸਨ। ਜੇਕਰ ਪ੍ਰਬੰਧਕ ਭਾਵਨਾ ਵਾਲੇ ਹੋਣ ਅਤੇ ਗੁਰੂ ਸਾਹਿਬ ਦੇ ਪੂਰਨ ਨਿਸ਼ਚਾ ਰੱਖਣ, ਲੰਗਰ ਵਿੱਚ ਕਦੇ ਤੋਟ ਨਹੀਂ ਆ ਸਕਦੀ। ਇੱਦਾਂ ਹੀ ਇੱਕ ਸਾਖੀ ਹੈ ਕਿ ਇੱਕ ਗੁਰਮੁਖ ਅੰਮ੍ਰਿਤ ਵੇਲੇ ਨਿਤਨੇਮ ਕਰਦਾ, ਦਿਨੇ ਦਸਾਂ ਨਹੁੰਆਂ ਦੀ ਕਿਰਤ ਕਰਦਾ ਅਤੇ ਆਏ ਗਏ ਸਾਧੂ ਦੀ ਸੇਵਾ ਕਰਦਾ। ਇੱਕ ਦਿਨ ਨੇਤ ਨਿਰੰਕਾਰ ਦੀ ਐਸੀ ਹੋਈ ਕਿ 3-4 ਸਾਧੂ ਇਕੱਠੇ ਆ ਗਏ ਅਤੇ ਘਰ ਵਿੱਚ ਰਾਸ਼ਨ ਵੀ ਘੱਟ ਸੀ। ਗੁਰਮੁਖ ਨੇ ਸਾਧੂਆਂ ਨੂੰ ਸਤਿਕਾਰ ਨਾਲ ਬਿਠਾਇਆ ਅਤੇ ਘਰ ਵਾਲੀ ਨੂੰ ਪ੍ਰਸ਼ਾਦੇ ਤਿਆਰ ਕਰਨ ਲਈ ਕਿਹਾ। ਜੀ ਆਟਾ ਥੋੜ੍ਹਾ ਹੈ, ਦਾਲ ਵੀ ਬਹੁਤ ਥੋੜ੍ਹੀ ਹੈ। ਉਸਨੇ ਮਜਬੂਰੀ ਆਪਣੀ ਜ਼ਾਹਰ ਕੀਤੀ। ਅੱਗੋਂ ਕਿਹਾ ਉਹਨੇ, ਭਲੀਏ ਲੋਕੇ, ਰੱਬ ਤੇ ਭਰੋਸਾ ਰੱਖ ਤੇ ਜਾ ਕੇ ਉਸ ਦਾ ਨਾਮ ਜਪਦੀ ਹੋਈ ਪ੍ਰਸ਼ਾਦੇ ਤਿਆਰ ਕਰ। ਗੁਰਮੁਖ ਨੂੰ ਆਪਣੇ ਮਾਲਕ ਤੇ ਭਰੋਸਾ ਸੀ। ਪਰਮਾਤਮਾ ਨਾਲ ਪ੍ਰੀਤ ਕਰਨ ਵਾਲੇ ਉਸ ਤੇ ਪੂਰਨ ਨਿਸ਼ਚਾ ਰੱਖਦੇ ਹਨ ਅਤੇ ਅਜਿਹੇ ਲੋਕਾਂ ਦੀ ਪੈਜ ਉਹ ਆਪ ਰੱਖਦਾ ਹੈ। ਪਤੀ ਦਾ ਹੁਕਮ ਮੰਨਦੇ ਹੋਏ ਉਸ ਬੀਬੀ ਨੇ ਜਿੰਨਾ ਰਾਸ਼ਨ ਸੀ ਉਸ ਨਾਲ ਪ੍ਰਸ਼ਾਦਾ ਤਿਆਰ ਕੀਤਾ। ਗੁਰਮੁਖ ਨੇ ਸਾਧੂਆਂ ਦੇ ਹੱਥ ਧੁਆਏ ਅਤੇ ਪ੍ਰਸ਼ਾਦਾ ਛਕਾਉਣ ਲੱਗਾ। ਸਾਧੂਆਂ ਨੇ ਲੋੜ ਅਨੁਸਾਰ ਪ੍ਰਸ਼ਾਦਾ ਛਕਿਆ ਅਤੇ ਉਸ ਦੀ ਸੇਵਾ 'ਤੇ ਪ੍ਰਸੰਨ ਹੋ ਕੇ ਉਸ ਨੂੰ ਅਸੀਸਾਂ ਦਿੰਦੇ ਹੋਏ ਚਲੇ ਗਏ। ਉਹਨਾਂ ਦੇ ਜਾਣ ਤੋਂ ਬਾਅਦ ਜਦ ਉਸ ਗੁਰਮੁਖ ਦੇ ਘਰ ਵਾਲੀ ਨੇ ਭਾਂਡੇ ਦੇਖੇ ਤਾਂ ਹੈਰਾਨ ਰਹਿ ਗਈ। ਜੋ ਕੁਝ ਉਸਨੇ ਤਿਆਰ ਕੀਤਾ ਸੀ ਜਿਉਂ ਦਾ ਤਿਉਂ ਭਾਂਡਿਆਂ ਵਿੱਚ ਪਿਆ ਸੀ। ਸੋ ਇੱਕ ਪਾਸੇ ਅਜਿਹੇ ਸੰਤ ਸੇਵੀ ਅਤੇ ਭਾਵਨਾ ਵਾਲੇ ਗੁਰਮੁਖ ਵੀ ਹਨ ਅਤੇ ਦੂਜੇ ਪਾਸੇ ਇਸ ਤਰ੍ਹਾਂ ਦੇ ਵੀ ਜਿਨ੍ਹਾਂ ਦੇ ਚੜ੍ਹਾਵੇ ਦੀ ਮਾਇਆ ਦਾ ਗਲਤ ਪ੍ਰਯੋਗ ਕਰਨ ਵਾਲੇ ਅਕ੍ਰਿਤਕਨ ਵੀ ਹਨ। ਬਾਬਾ ਜੀ ਨੇ ਕੁਝ ਦਿਨ ਉੱਥੇ ਬਿਰਛਾਂ ਦੇ ਪੱਤੇ ਅਤੇ ਬੇਰ ਛਕ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਇਹਨਾਂ ਦਿਨਾਂ ਵਿੱਚ ਲਹਿਰੇ ਖਾਨੇ ਵਾਲੇ ਸੰਤ ਵਧਾਵਾ ਸਿੰਘ ਜੀ ਸੋਭਾ ਸੁਣੀ। ਆਪ ਜੀ ਨੇ ਵਿੱਦਿਆ ਪੜ੍ਹਨ ਲਈ ਉਹਨਾਂ ਕੋਲੇ ਜਾਣ ਦਾ ਵਿਚਾਰ ਬਣਾਇਆ। ਉੱਧਰ ਸੰਤ ਵਧਾਵਾ ਸਿੰਘ ਜੀ ਕੋਲੇ ਇੱਕ ਗੁਰਮੁਖ ਉਹਨਾਂ ਦੇ ਦਰਸ਼ਨ ਕਰਨ ਲਈ ਆਇਆ ਸੀ। ਉਹਨਾਂ ਨੂੰ ਸੰਤ ਜੀ ਨੇ ਕਿਹਾ, ਭਾਈ ਮੈਂ ਤਾਂ ਕਦੇ ਕਿਸੇ ਨੂੰ ਹੱਥ ਨਹੀਂ ਦਿਖਾਇਆ ਅਤੇ ਪਰ ਉਹਨਾਂ ਨੇ ਉਸ ਗੁਰਮੁਖ ਨੇ ਸੰਤ ਜੀ ਨੂੰ ਹੱਥ ਦਿਖਾਉਣ ਦੀ ਬੇਨਤੀ ਕੀਤੀ। ਹੋਰ ਸੇਵਾ ਤਾਂ ਮੈਂ ਕਰ ਨਹੀਂ ਸਕਦਾ, ਕਿਰਪਾ ਕਰੋ ਇਹ ਸੇਵਾ ਪ੍ਰਵਾਨ ਕਰੋ। ਉਸ ਨੂੰ ਨਾ ਮੰਨਦਾ ਦੇਖ ਸੰਤ ਜੀ ਮੰਨ ਗਏ। ਉਹ ਧਿਆਨ ਨਾਲ ਸੱਜਾ ਹੱਥ ਦੇਖਦਾ ਰਿਹਾ ਅਤੇ ਫਿਰ ਕਹਿਣ ਲੱਗਾ, ਥੋੜ੍ਹੇ ਦਿਨਾਂ ਤੱਕ ਤੁਹਾਡੇ ਕੋਲ ਕੋਈ ਸੇਵਕ ਪੜ੍ਹਨ ਆਏਗਾ। ਉਹਦੇ ਮੱਥੇ 'ਤੇ ਰੱਬੀ ਜਲਾਲ ਹੋਊਗਾ, ਤੁਹਾਡੇ ਜਪ ਤਪ ਨੂੰ ਸਫਲ ਕਰੂਗਾ, ਚਾਰੇ ਪਾਸੇ ਤੁਹਾਡੀ ਸੋਭਾ ਹੋਵੇਗੀ। ਕੀ ਕਹਿੰਦਾ ਹੈ? ਸੰਤ ਜੀ ਨੇ ਹੱਸ ਕੇ ਬੋਲਿਆ, ਬਾਬਾ ਜੀ ਜੋ ਦੇਖਿਆ ਹੈ ਉਹੀ ਦੱਸ ਰਿਹਾ ਹਾਂ। ਉਸ ਨੂੰ ਆਪਣੀ ਵਿੱਦਿਆ 'ਤੇ ਯਕੀਨ ਸੀ। ਉਸ ਹੱਥ ਦੇਖ ਕੇ 1-2 ਹੋਰ ਗੱਲਾਂ ਦੱਸੀਆਂ ਅਤੇ ਹੁਕਮ ਲੈ ਕੇ ਚਲਿਆ ਗਿਆ। ਪਰ ਸੰਤ ਜੀ ਉਸ ਪ੍ਰਤਾਪੀ ਸੇਵਕ ਦੀ ਆਮਦ ਬਾਰੇ ਸੋਚਦੇ ਰਹੇ। ਕੁਝ ਦਿਨ ਬਾਅਦ ਸੰਤ ਵਧਾਵਾ ਸਿੰਘ ਜੀ ਇਸੇ ਖਿਆਲ ਵਿੱਚ ਸਨ ਕਿ ਕਿਸੇ ਨੇ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕਿਆ। ਸੰਤ ਜੀ ਨੇ ਮੱਥਾ ਟੇਕਣ ਵਾਲੇ ਨੂੰ ਮੋਢਿਆਂ ਤੋਂ ਫੜ ਕੇ ਚੁੱਕਿਆ। ਕੀ ਦੇਖਦੇ ਹਨ ਕਿ 30-35 ਸਾਲਾਂ ਦੀ ਉਮਰ ਦਾ ਵਿਅਕਤੀ ਹੈ ਜਿਸ ਨੇ ਗੋਲ ਦਸਤਾਰ ਸਜਾਈ ਹੋਈ ਹੈ। ਚਿਹਰੇ 'ਤੇ ਇੱਕ ਅਨੋਖੀ ਚਮਕ ਹੈ। ਸ਼ਾਇਦ ਇਸ ਬਾਰੇ ਹੱਥ ਦੇਖਣ ਵਾਲਾ ਦੱਸਦਾ ਸੀ। ਸੰਤ ਜੀ ਨੇ ਚਿੱਤ ਵਿੱਚ ਸੋਚਿਆ, ਬਾਬਾ ਜੀ ਦਾਸ ਆਪ ਜੀ ਕੋਲ ਵਿੱਦਿਆ ਪੜ੍ਹਨ ਦੀ ਇੱਛਾ ਨਾਲ ਆਇਆ ਹੈ। ਕੀ ਨਾਂ ਹੈ ਤੇ ਕਿੱਥੋਂ ਆਉਣਾ ਹੋਇਆ? ਸੰਤ ਜੀ ਨੇ ਪੁੱਛਿਆ। ਨਾਮ ਤਾਂ ਇੱਕ ਗੁਰੂ ਨਾਨਕ ਦਾ ਹੀ ਹੈ। ਉਂਝ ਦਾਸ ਨੂੰ ਨੰਦ ਸਿੰਘ ਸੰਬੋਧਨ ਕਰਦੇ ਨੇ। ਗੁਰੂ ਸਾਹਿਬ ਦੀ ਪ੍ਰੇਰਨਾ ਨਾਲ ਦਾਸ ਹਜ਼ੂਰ ਸਾਹਿਬ ਤੋਂ ਆਇਆ ਹੈ। ਆਉਣ ਵੇਲੇ ਹੋਰ ਕੋਈ ਨਹੀਂ, ਬਾਬਾ ਨੰਦ ਸਿੰਘ ਜੀ ਸਨ। ਸੰਤ ਜੀ ਉਹਨਾਂ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਲੈ ਗਏ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ। ਅਰਦਾਸ ਕਰਨ ਉਪਰੰਤ ਸੰਤ ਜੀ ਬਾਬਾ ਜੀ ਨੂੰ ਲੈ ਕੇ ਬਾਹਰ ਆ ਗਏ ਅਤੇ ਜ਼ਮੀਨ ਉੱਤੇ ਰੇਤਾ ਵਿਛਾ ਕੇ ਬੈਠ ਗਏ। ਬਾਬਾ ਜੀ ਵੀ ਬੈਠ ਗਏ। ਗੁਰਮੁਖਾ ਤੈਨੂੰ ਪੜ੍ਹਾਉਣ ਜੋਗਾ ਮੈਂ ਨਹੀਂ, ਕੇਵਲ ਅੱਖਰ ਗਿਆਨ ਹੀ ਦੇ ਸਕਦਾ ਹਾਂ। ਕਹਿੰਦੇ ਹੋਏ ਸੰਤ ਜੀ ਨੇ ਰੇਤੇ 'ਤੇ ਉਂਗਲ ਨਾਲ
ਊੜਾ ਅੱਖਰ ਲਿਖਿਆ ਅਤੇ ਕਿਹਾ, ਇਹ ਹੈ ਊੜਾ। ਜੀ ਬੇਨਤੀ ਹੈ ਕਿ ਦਾਸ ਕੋਲੋਂ ਬੱਚਿਆਂ ਵਾਂਗ ਉਂਗਲ ਫੜ ਕੇ ਆਪ ਲਿਖਾਓ। ਬਾਬਾ ਜੀ ਨੇ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ। ਸੰਤ ਜੀ ਸੁਣ ਕੇ ਮੁਸਕਰਾਏ ਅਤੇ ਬਾਬਾ ਜੀ ਦੀ ਉਂਗਲ ਫੜ ਕੇ ਊੜਾ ਅੱਖਰ ਲਿਖਵਾਇਆ ਅਤੇ ਕਿਹਾ, ਊੜਾ। ਊੜਾ ਮਗਰ ਬਾਬਾ ਜੀ ਵੀ ਬੋਲੇ। ਇਸੇ ਤਰ੍ਹਾਂ ਹਾਹੇ ਤੱਕ ਅੱਖਰ ਲਿਖਵਾਏ। ਹਾਹੇ ਦਾ ਉਚਾਰਨ ਦੱਸਣ ਤੋਂ ਬਾਅਦ ਸੰਤ ਜੀ ਬੋਲੇ, ਤੇਰਾ ਕੱਟਿਆ ਜਮਾਂ ਦਾ ਫਾਹਾ। ਪਹਿਲੇ ਦਿਨ ਇਹ 5 ਅੱਖਰ ਪੜ੍ਹੇ। ਇਸੇ ਤਰ੍ਹਾਂ ਰੋਜ਼ ਸੰਤ ਵਧਾਵਾ ਸਿੰਘ ਜੀ ਕੋਲੋਂ ਗੁਰਮੁਖੀ ਅੱਖਰ ਪੜ੍ਹਦੇ। ਡੇਰੇ ਤੋਂ ਥੋੜ੍ਹੀ ਦੂਰ ਝਾੜੀਆਂ ਅਤੇ ਕਰੀਰ ਬਹੁਤ ਸਨ। ਇੱਥੇ ਇੱਕ ਬਹੁਤ ਵੱਡਾ ਜ਼ਹਿਰੀ ਸੱਪ ਰਹਿੰਦਾ ਸੀ, ਜਿਸ ਤੋਂ ਡਰਦਾ ਕੋਈ ਉੱਧਰ ਨਹੀਂ ਸੀ ਜਾਂਦਾ। ਬਾਬਾ ਜੀ ਨੇ ਆਪਣਾ ਆਸਣ ਇੱਥੇ ਰੱਖਿਆ। ਦੁਨਿਆਵੀ ਲੋਕ ਕਈ ਤਰ੍ਹਾਂ ਦੇ ਡਰ ਆਪਣੇ ਦਿਲ ਵਿੱਚ ਰੱਖਦੇ ਹਨ, ਪਰ ਜਿਸ ਦੇ ਮਨ ਵਿੱਚ ਨਿਰੰਕਾਰ ਦਾ ਨਿਰਮਲ ਭਉ ਹੈ, ਉਸ ਦੇ ਕੋਲ ਹੋਰ ਕੋਈ ਡਰ ਨਹੀਂ ਫਟਕਦਾ। ਭੈ ਰਹਿਤ ਨੂੰ ਜਪਣ ਵਾਲਾ ਆਪ ਨਿਰਭਉ ਹੋ ਜਾਂਦਾ ਹੈ। ਬਾਬਾ ਜੀ ਪੜ੍ਹਾਈ ਤੋਂ ਬਾਅਦ ਜੋ ਸੇਵਾ ਮਿਲਦੀ ਬੜੇ ਪ੍ਰੇਮ ਨਾਲ ਨਿਭਾਉਂਦੇ, ਕਿਸੇ ਨਾਲ ਵਾਧੂ ਗੱਲ ਨਾ ਕਰਦੇ। ਪੜ੍ਹਾਈ ਅਤੇ ਸੇਵਾ ਤੋਂ ਬਾਅਦ ਬਾਕੀ ਸਮਾਂ ਉਸ ਉਜਾੜ ਨੂੰ ਭਾਗ ਲਾਉਂਦੇ। ਦਿਨ ਰਾਤ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ। ਸੰਤ ਵਧਾਵਾ ਸਿੰਘ ਜੀ ਆਪ ਜੀ ਤੋਂ ਬਹੁਤ ਪ੍ਰਭਾਵਿਤ ਸਨ। ਇੱਕ ਦਿਨ ਸੰਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਰਹੇ ਸਨ ਕਿ ਬਾਬਾ ਜੀ ਆ ਗਏ। ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਹੱਥ ਜੋੜ ਕੇ ਖੜੇ ਹੋ ਗਏ। ਭਾਈ ਕਿਵੇਂ ਖੜਾ ਏ? ਸੰਤ ਜੀ ਨੇ ਆਪ ਜੀ ਨੂੰ ਖੜੇ ਦੇਖ ਕੇ ਪੁੱਛਿਆ। ਜੀ ਦਾਸ ਨੂੰ ਸਤਿਗੁਰ ਜੀ ਦੇ ਦਰਸ਼ਨ ਕਰਾਓ। ਬਾਬਾ ਜੀ ਦੀ ਆਵਾਜ਼ ਵਿੱਚ ਬੜਾ ਬੈਰਾਗ ਸੀ। ਸੰਤ ਜੀ ਨੇ ਰੁਮਾਲਾ ਚੁੱਕਿਆ ਅਤੇ ਕਹਿਣ ਲੱਗੇ, ਲੈ ਭਾਈ ਗੁਰਮੁਖਾ, ਕਰ ਲੈ ਦਰਸ਼ਨ। ਕੁਝ ਦੇਰ ਬਾਅਦ ਬਾਬਾ ਜੀ ਦਰਸ਼ਨ ਕਰਦੇ ਰਹੇ। ਕੁਝ ਦੇਰ ਬਾਬਾ ਜੀ ਨੇ ਦਰਸ਼ਨ ਕੀਤੇ। ਉਹਨਾਂ ਦੀਆਂ ਅੱਖਾਂ ਭਰੀਆਂ ਹੋਈਆਂ ਸਨ। ਬਚਨ ਵੀ ਕਰਾਓ। ਬਾਬਾ ਜੀ ਨੇ ਦੂਜੀ ਬੇਨਤੀ ਕੀਤੀ। ਇਹ ਬੇਨਤੀ ਸੁਣ ਕੇ ਸੰਤ ਜੀ ਕੁਝ ਹੈਰਾਨ ਹੋਏ, ਕਿਉਂਕਿ ਪਹਿਲਾਂ ਕਿਸੇ ਵੀ ਵਿਦਿਆਰਥੀ ਨੇ ਅਜਿਹੀ ਬੇਨਤੀ ਨਹੀਂ ਸੀ ਕੀਤੀ। ਉਹਨਾਂ ਨੇ ਹੁਕਮਨਾਮਾ ਲਿਆ। ਹੁਕਮ ਆਇਆ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਈ। ਜਦ ਸੰਤ ਜੀ ਨੇ ਹੁਕਮਨਾਮਾ ਸੁਣਾ ਕੇ ਬਾਬਾ ਜੀ ਵੱਲ ਤੱਕਿਆ, ਬਾਬਾ ਜੀ ਦੇ ਨੇਤਰਾਂ 'ਚੋਂ ਜਲ ਬਹਿ ਰਿਹਾ ਸੀ। ਹੁਕਮਨਾਮਾ ਸੁਣ ਕੇ ਉਹ ਭੱਜ ਕੇ ਬਾਹਰ ਚਲੇ ਗਏ। ਇੰਨਾ ਬੈਰਾਗ! ਸੰਤ ਜੀ ਹੈਰਾਨ ਸਨ ਅਤੇ ਆਪਣੇ ਆਪ ਨੂੰ ਧੰਨ ਸਮਝ ਰਹੇ ਸਨ ਕਿ ਬਾਬਾ ਜੀ ਵਰਗਾ ਵਿਦਿਆਰਥੀ ਉਹਨਾਂ ਕੋਲੋਂ ਪੜ੍ਹਨ ਆਇਆ ਹੈ। ਪਰ ਨਾਲ ਹੀ ਸੰਤ ਜੀ ਸੋਚ ਰਹੇ ਸਨ ਕਿ ਉਹ ਬਾਬਾ ਜੀ ਨੂੰ ਪੜ੍ਹਾਉਣ ਜੋਗੇ ਨਹੀਂ ਹਨ। ਇਸ ਤੋਂ ਅਗਲੀ ਜੀਵਨੀ ਦਾ ਭਾਗ ਇਸ ਤੋਂ ਅਗਲੇ ਪਾਠ ਵਿੱਚ ਪੜ੍ਹਾਂਗੇ। ਤਦ ਤੱਕ ਲਈ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਅਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਅੱਗੇ ਵੀ ਸ਼ੇਅਰ ਕਰਨਾ। ਬਹੁਤ ਬਹੁਤ ਧੰਨਵਾਦ।